ਭਾਰਤੀ ਫੌਜ ਆਪਣੇ ਪੁਨਰਗਠਨ ਦੀ ਵਿਆਪਕ ਯੋਜਨਾ ਦੇ ਤਹਿਤ ਆਪਣੀ ਮੈਨਪਾਵਰ ਵਧਾਉਣ ਦੇ ਲਈ 3 ਹੋਰ ਬਟਾਲੀਅਨ ਕਰੀਬ 3000 ਸੈਨਿਕਾਂ ਦੇ ਨਾਲ ਤਿਆਰ ਕਰਨ ਜਾ ਰਹੀ ਹੈ। ਦਾ ਪ੍ਰਿੰਟ ਵਿੱਚ ਛਪੀ ਖਬਰ ਦੇ ਮੁਤਾਬਕ ਇਹਨਾਂ ਦੀ ਸੰਖਿਆ ਹੋਰ ਵਧਾਉਣ ਦੇ ਵਿਕਲਪ ਵੀ ਖੁੱਲੇ ਹੋਏ ਹਨ। ਰੱਖਿਆ ਸੂਤਰਾਂ ਦੇ ਮੁਤਾਬਕ ਇਸ ਕਦਮ ਦੇ ਲਈ ਯੋਜਨਾ 2013 ਦੇ ਆਸ-ਪਾਸ ਬਣੀ ਸੀ, ਜਦੋਂ 17ਵੀਂ ਮਾਊਂਟਡ ਕੋਰ ਦੇ ਗਠਨ ਦੀ ਇਜਾਜ਼ਤ ਦਿੱਤੀ ਗਈ ਸੀ। ਨਾਲ ਹੀ ਅੱਗੇ ਜੋੜਿਆ ਹੈ ਕਿ ਹਾਲਾਂਕਿ ਬਟਾਲੀਅਨ ਦੇ ਗਠਨ ਦੀ ਨਿਰਣਾਇਕ ਮਨਜ਼ੂਰੀ ਕੁਝ ਹਫ਼ਤੇ ਪਹਿਲਾਂ ਹੀ ਮਿਲੀ ਹੈ। 17ਵੀਂ ਕੋਰ ਵਿੱਚ ਪੱਕੇ ਤੌਰ ਤੇ 3 ਦੀ ਬਜਾਏ 2 ਡਿਵੀਜ਼ਨ ਰੱਖੀਆਂ ਜਾਣੀਆਂ ਸਨ, ਪਰ ਹੁਣ ਕੇਵਲ 59ਵੀਂ ਡਿਵੀਜ਼ਨ ਜੋ ਪੱਛਮੀ ਬੰਗਾਲ ਦੇ ਪਾਨਾਗੜ੍ਹ 'ਚ ਤੈਨਾਤ ਹੈ ਨੂੰ ਛੱਡ ਕੇ ਬਾਕੀ ਨੂੰ ਆਰਥਿਕ ਰੋਕਾਂ ਦੇ ਕਾਰਨ ਖਤਮ ਕਰ ਦਿੱਤਾ ਗਿਆ ਹੈ। ਵਾਧੂ 3 ਬਟਾਲੀਅਨ ਨੂੰ ਸਿੱਖ ਕਮਾਊ ਅਤੇ ਜੰਮੂ ਕਸ਼ਮੀਰ ਰਾਈਫਲਜ਼ ਰੈਜੀਮੈਂਟ ਦੇ ਤਹਿਤ ਗਠਿਤ ਕੀਤਾ ਜਾਵੇਗਾ। ਸੈਨਾ ਵੱਲੋਂ ਦੱਸਿਆ ਗਿਆ ਹੈ ਕਿ ਇਹ ਕਦਮ ਮੌਜੂਦਾ ਪੁਨਰਗਠਨ ਯੋਜਨਾ ਦਾ ਹਿੱਸਾ ਹੈ, ਨਾ ਕਿ ਲੱਦਾਖ ਵਿੱਚ ਭਾਰਤ ਚੀਨ ਦੇ ਦਰਮਿਆਨ ਗਤੀਰੋਧ ਦਾ ਨਤੀਜਾ ਹੈ। ਸੈਨਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਾਰੀਆਂ ਬਟਾਲੀਅਨ ਨੂੰ ਇੱਕ ਸਾਥ ਗਠਿਤ ਕਰਨਾ ਸੰਭਵ ਨਹੀਂ, ਇਸ ਦੇ ਲਈ ਇਹ ਪੜਾਅਵਾਰ ਤਰੀਕੇ ਨਾਲ ਪ੍ਰਬੰਧਿਤ ਕੀਤਾ ਜਾਵੇਗਾ। ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦਕਿ ਪੂਰਬੀ ਲੱਦਾਖ ਵਿੱਚ ਐਕਚੁਅਲ ਬਾਰਡਰ ਲਾਈਨ ਤੇ ਚੀਨ ਦੇ ਨਾਲ ਚੱਲ ਰਹੇ ਇੱਕ ਲੰਬੇ ਗਤੀਰੋਧ ਤੋਂ ਬਾਅਦ ਫੌਜੀਆਂ ਦੀ ਵਾਪਸੀ ਸ਼ੁਰੂ ਹੋਈ ਹੈ, ਜੋ ਪ੍ਰਕਿਰਿਆ ਹਾਲੇ ਚੱਲ ਰਹੀ ਹੈ। ਭਾਰਤ ਦੇ ਰੱਖਿਆ ਮੰਤਰਾਲੇ ਵੱਲੋਂ ਕਈ ਵਾਰ ਦੁਹਰਾਇਆ ਜਾ ਚੁੱਕਾ ਹੈ ਕਿ ਭਵਿੱਖ ਵਿੱਚ ਚੀਨ ਅਤੇ ਪਾਕਿਸਤਾਨ ਦੇ ਨਾਲ ਦੋਹਰੇ ਮੋਰਚੇ ਤੇ ਟਕਰਾਅ ਦੇ ਖਦਸ਼ਿਆਂ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ ਹੈ। ਇੱਕ ਸੂਤਰ ਨੇ ਤਾਂ ਇਹ ਵੀ ਕਿਹਾ ਕਿ ਪੂਰਬੀ ਲੱਦਾਖ ਵਿੱਚ ਜਾਰੀ ਫੌਜੀ ਵਾਪਸੀ ਦੇ ਦਰਮਿਆਨ ਭਾਰਤ ਸਰਹੱਦ ਪ੍ਰਬੰਧਨ ਦੇ ਹਾਲ ਹੀ 'ਚ ਸਮੀਖਿਆ ਕਰਦਾ ਰਹੇਗਾ ਤੇ ਖੇਤਰ 'ਚ ਕਿਸੇ ਹੋਰ ਸਥਿਤੀ ਨਾਲ ਨਜਿੱਠਣ ਦੇ ਲਈ ਸੈਨਿਕਾਂ ਦੀ ਵਿਵਸਥਾ ਰੱਖਣ ਦੀ ਲੋੜ ਪੈ ਸਕਦੀ ਹੈ ਕਿ ਨਹੀਂ, ਇਹ ਮੁੱਦੇ ਵੀ ਵਿਚਾਰੇ ਜਾਣਗੇ। ਸੂਤਰਾਂ ਨੇ ਕਿਹਾ ਕਿ ਹਾਲੇ 3 ਬਟਾਲੀਅਨ ਤਿਆਰ ਕੀਤੀਆਂ ਜਾਣੀਆਂ ਹਨ, ਪਰ ਭਵਿੱਖ ਵਿੱਚ ਆਪਰੇਸ਼ਨ ਜ਼ਰੂਰਤਾਂ ਦੇ ਆਧਾਰ ਤੇ ਇਹਨਾਂ ਦੀ ਸੰਖਿਆ ਹੋਰ ਵਧਾਉਣ ਦੇ ਵਿਕਲਪ ਖੁੱਲੇ ਹਨ। ਮੌਜੂਦਾ ਸਮੇਂ 'ਚ ਸੈਨਾ ਵਿੱਚ 400 ਤੋਂ ਵੱਧ ਇਨਫੈਂਟਰੀ ਅਤੇ ਇਸ ਦਰਮਿਆਨ ਜਦਕਿ ਸੈਨਾ ਵਿੱਚ ਪੁਨਰਗਠਨ ਦੇ ਤੌਰ ਤੇ ਸਮਰੱਥ ਮੈਨਪਾਵਰ ਵਧਾਉਣ ਦੀਆਂ ਗੱਲਾਂ ਚੱਲ ਰਹੀਆਂ ਹਨ। ਸੈਨਾ ਦੇ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਮੁੱਖ ਤੌਰ ਤੇ ਇਸ ਦਾ ਉਦੇਸ਼ ਟੁੱਥ ਟੂ ਟੇਲ ਰੇਸ਼ੀਓ ਵਧਾਉਣਾ ਹੈ ਅਤੇ ਹੋਰ ਮੈਨਪਾਵਰ ਦੇ ਨਾਲ ਯੁੱਧ ਹਥਿਆਰਾਂ ਦੀ ਵਿਵਸਥਾ ਕਰਨਾ ਹੀ ਇਸ ਦਾ ਇੱਕ ਤਰੀਕਾ ਹੈ। ਇੱਕ ਹੋਰ ਰੱਖਿਆ ਸੂਤਰ ਨੇ ਕਿਹਾ ਕਿ ਪੁਨਰਗਠਿਤ ਸਟ੍ਰਾਈਕ ਕੋਰ ਵਿੱਚ ਵੀ ਵਾਧੂ ਸੈਨਿਕਾਂ ਦੀ ਲੋੜ ਹੋਵੇਗੀ। ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਖਾਸ ਕਰ ਪਹਾੜਾਂ ਤੇ ਜ਼ਮੀਨੀ ਮੋਰਚਾ ਸੰਭਾਲਣ ਅਤੇ ਆਕ੍ਰਾਮਕ ਕਾਰਵਾਈ ਕਰਕੇ ਦੋਵਾਂ ਦੇ ਲਈ ਹਮੇਸ਼ਾ ਹੀ ਵਾਧੂ ਪੈਦਲ ਜਵਾਨਾਂ ਦੀ ਲੋੜ ਰਹਿੰਦੀ ਹੈ। ਦੂਜੇ ਸਪਸ਼ਟ ਸੂਤਰਾਂ ਨੇ ਕਿਹਾ ਕਿ ਬਟਾਲੀਅਨ ਨੂੰ ਵਧਾਉਣਾ ਸੈਨਿਕਾਂ ਦੀ ਸ਼ਾਂਤ ਖੇਤਰ ਤੈਨਾਤੀ ਅਤੇ ਫੀਲਡ ਪ੍ਰੋਫਾਈਲ ਦੇ ਬਿਹਤਰ ਪ੍ਰਬੰਧਨ 'ਚ ਮਦਦਗਾਰ ਸਾਬਿਤ ਹੋਵੇਗਾ। ਲੱਦਾਖ ਗਤੀਰੋਧ ਦੇ ਕਾਰਨ ਵੱਡੀ ਗਿਣਤੀ ਵਿੱਚ ਯੂਨਿਟਾਂ ਜੋ ਕਿ ਫੀਲਡ ਤੈਨਾਤੀ ਤੋਂ ਬਾਅਦ ਪੀਸ ਲੋਕੇਸ਼ਨ 'ਚ ਚਲੀਆਂ ਗਈਆਂ ਸਨ ਨੂੰ ਸ਼ਾਂਤ ਖੇਤਰਾਂ ਵਿੱਚ ਘੱਟ ਸਮਾਂ ਮਿਲਿਆ ਅਤੇ ਉਹਨਾਂ ਨੂੰ ਤਤਕਾਲ ਤੈਨਾਤੀ ਦੇ ਲਈ ਲੱਦਾਖ ਜਾਣਾ ਪਿਆ। ਇੱਕ ਬਟਾਲੀਅਨ ਨੂੰ ਤਿਆਰ ਕਰਨ 'ਚ ਲਗਭਗ 6 ਮਹੀਨੇ ਲੱਗਦੇ ਹਨ, ਜਿਸ ਲਈ ਮੈਨਪਾਵਰ ਦਾ ਇੰਤਜ਼ਾਮ ਰੈਜੀਮੈਂਟ ਦੀਆਂ ਹੋਰ ਬਟਾਲੀਅਨ ਦੇ ਨਾਲ-ਨਾਲ ਨਵੀਆਂ ਭਰਤੀਆਂ ਦੇ ਜ਼ਰੀਏ ਕੀਤਾ ਜਾਂਦਾ ਹੈ। ਇੱਕ ਵਾਰ ਗਠਨ ਹੋ ਜਾਣ ਤੋਂ ਬਾਅਦ ਬਟਾਲੀਅਨ ਨੂੰ ਸ਼ਾਂਤ ਮੰਨੇ ਜਾਣ ਵਾਲੇ ਕਿਸੇ ਖੇਤਰ 'ਚ ਭੇਜ ਦਿੱਤਾ ਜਾਂਦਾ ਹੈ, ਜਿੱਥੋਂ ਕਿਸੇ ਮੋਰਚੇ ਤੇ ਭੇਜੇ ਜਾਣ ਤੋਂ ਪਹਿਲਾਂ ਉਹਨਾਂ ਨੂੰ ਖਾਸ ਸਿਖਲਾਈ ਦਿੱਤੀ ਜਾਂਦੀ ਹੈ। ਵਿਸ਼ੇਸ਼ਕ ਮਾਹਰਾਂ ਦਾ ਕਹਿਣਾ ਹੈ ਕਿ ਸੰਭਵਤ ਭਵਿੱਖ ਵਿੱਚ ਪੂਰਬੀ ਲੱਦਾਖ ਵਿੱਚ ਹੋਰ ਵਾਧੂ ਬਲਾਂ ਦੀ ਲੋੜ ਨੂੰ ਧਿਆਨ 'ਚ ਰੱਖ ਕੇ ਨਵੀਂ ਬਟਾਲੀਅਨ ਦੇ ਗਠਨ ਦੀ ਲੋੜ ਮਹਿਸੂਸ ਕੀਤੀ ਗਈ ਹੋਵੇਗੀ। 14ਵੀਂ ਕੋਰ ਵਿੱਚ ਕਮਾਂਡਰ ਅਤੇ ਸੈਨਾ ਦੇ ਐਡਜੂਟੈਂਟ ਜਨਰਲ ਰਹਿ ਚੁੱਕੇ ਲੈਫਟੀਨੈਂਟ ਜਨਰਲ ਰਾਕੇਸ਼ ਸ਼ਰਮਾ, ਜਿਨ੍ਹਾਂ ਨੇ ਮੈਨਪਾਵਰ ਪ੍ਰਬੰਧਨ ਦਾ ਵੀ ਅਨੁਭਵ ਹੈ, ਨੇ ਦੱਸਿਆ ਕਿ ਭਵਿੱਖ ਵਿੱਚ ਇਸ ਖੇਤਰ 'ਚ ਸਥਾਈ ਰੂਪ ਵਿੱਚ ਵਾਧੂ ਬਟਾਲੀਅਨ ਤੈਨਾਤ ਕਰਨ ਦੀ ਲੋੜ ਪੈ ਸਕਦੀ ਹੈ। ਉਹਨਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਨਿਰਣਾ ਪੱਛਮੀ ਸੈਕਟਰ 'ਚ ਤੈਨਾਤੀ ਨੂੰ ਮੁੜ ਸੰਤੁਲਿਤ ਕਰਨ ਅਤੇ ਸਟ੍ਰਾਈਕ ਕੋਰ ਖਾਸ ਕਰ ਇੱਕ ਡਿਵੀਜ਼ਨ ਦੇ ਨਾਲ ਅੰਸ਼ਿਕ ਤੌਰ ਤੇ ਗਠਿਤ 17ਵੀਂ ਸਟ੍ਰਾਈਕ ਕੋਰ ਦੀਆਂ ਲੋੜਾਂ ਨੂੰ ਧਿਆਨ 'ਚ ਰੱਖ ਕੇ ਲਿਆ ਗਿਆ ਹੋਵੇ। ਉਹਨਾਂ ਨੇ ਅੱਗੇ ਜੋੜਿਆ, ਹਾਲਾਂਕਿ ਇਹ ਵੀ ਜ਼ਰੂਰੀ ਹੈ ਕਿ ਮੁੜ ਸੰਤੁਲਨ ਦੇ ਨਾਲ-ਨਾਲ ਸਾਈਬਰ ਅਤੇ ਹੋਰ ਹਵਾਈ ਹਮਲਿਆਂ ਵਰਗੇ ਤਰੀਕੇ ਨਾਲ ਨਜਿੱਠਣ ਨੂੰ ਧਿਆਨ 'ਚ ਰੱਖਦੇ ਹੋਏ ਇਸ ਤੇ ਅੱਗੇ ਵਧਿਆ ਜਾਵੇਗਾ। ਸੋ ਇਹ ਫੈਸਲਾ ਲਿਆ ਗਿਆ ਹੈ ਅਤੇ ਇਸ ਦੇ ਤਹਿਤ ਹੁਣ ਨਵੀਂ ਰੈਜੀਮੈਂਟ ਨੂੰ ਬਣਾਉਣ ਦੇ ਲਈ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਗਈਆਂ ਹਨ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।